ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਐਂਡ ਵਾਲੇ ਸੈਕਸ਼ਨ ਦੇ ਵਿੱਚ ਕਿ ਪਿਛਲੇ ਦਿਨੀ ਭਗਵੰਤ ਮਾਨ ਨੇ ਹਜ਼ਾਰਾਂ ਸਕੂਲੀ ਬੱਚਿਆਂ ਦੇ ਨਾਲ ਦਰਬਾਰ ਸਾਹਿਬ ਆ ਕੇ ਅਰਦਾਸ ਕਰਨ ਦਾ ਟਗਵੰਚ ਰਚਿਆ। ਇਹ ਮੈਜ਼ ਇੱਕ ਨੋਟੰਕੀ ਤੋਂ ਵੱਧ ਕੇ ਕੁਝ ਨਹੀਂ ਸੀ। ਔਰ ਇਸੇ ਤਰ੍ਹਾਂ ਕੁਝ ਸਮਾਂ ਪਹਿਲਾਂ ਰਾਹੁਲ ਗਾਂਧੀ ਨੇ ਦਰਬਾਰ ਸਾਹਿਬ ਵਿੱਚ 2 ਦਿਨ ਸੇਵਾ ਕਰਨ ਦਾ ਪ੍ਰਪੰਚ ਵੀ ਰਚਿਆ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਮੈਸੇਜ ਨੇ ਉਹ ਵੀ ਐਂਟਰਟੇਨ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅੰਗਰੇਜ਼ੀ ਦੀ ਇੱਕ ਐਕਸਪ੍ਰੈਸ਼ਨ ਮੈਂ ਬਹੁਤ ਸਮਾਂ ਪਹਿਲਾਂ ਕਿਤੇ ਪੜ੍ਹੀ ਕਿ once you fool me shame on you, twice you fool me shame on me। ਕਿ ਜੇ ਇੱਕ ਵਾਰ ਤੂੰ ਮੈਨੂੰ ਮੂਰਖ ਬਣਾਏ ਤੇ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ, ਦੁਬਾਰਾ ਜੇ ਮੈਂ ਮੂਰਖ ਬਣਾ ਤੇਰੇ ਹੱਥੋਂ ਤੇ ਫਿਰ ਮੈਨੂੰ ਸ਼ਰਮ ਆਉਣੀ ਚਾਹੀਦੀ ਹੈ। ਪਰ ਮੈਂ ਸਮਝਦਾ ਪਤਾ ਨਹੀਂ ਇਹ ਜਿਹੜੀ ਜਿਹਨੂੰ ਜਨਤਾ ਜਨਾਰਦਨ ਕਹਿੰਦੇ ਨੇ ਇਹ ਵੀ ਕੀ ਬਲਾ ਹੁੰਦੀ ਹੈ। ਇਹ ਬਾਰ-ਬਾਰ ਮੂਰਖ ਬਣਦੀ ਹੈ, ਉਹਨਾਂ ਦੇ ਹੱਥਾਂ 'ਚ ਹੀ ਬਣਦੀ ਹੈ, ਹਰ ਗਲੀ ਦੇ ਮੋੜ 'ਤੇ ਬਣਦੀ ਹੈ ਤੇ ਫਿਰ ਜਿਹੜਾ ਸ਼ਿਕਾਇਤ ਵੀ ਕਰਦੀ ਹੈ, ਰੋਂਦੀ ਚੀਕਦੀ ਵੀ ਹੈ ਤੇ ਫਿਰ ਜਾ ਕੇ ਉਹਨਾਂ ਦੇ ਪੈਰਾਂ 'ਚ ਹੀ ਡਿੱਗੀ ਹੁੰਦੀ ਹੈ। ਭਗਵੰਤ ਮਾਨ ਹੋਏ, ਕੇਜਰੀਵਾਲ ਹੋਏ, ਰਾਹੁਲ ਗਾਂਧੀ ਹੋਏ, ਕੈਪਟਨ ਅਮਰਿੰਦਰ ਹੋਏ, ਸਾਰੀ ਨਸਲ ਬਾਦਲਾਂ ਦਾ ਟੱਬਰ, ਸਾਰਿਆਂ ਦੀਆਂ ਤੁਸੀਂ ਸ਼ਕਲਾਂ ਦੇਖੋ, ਮੂੰਹ 'ਤੇ ਹਰ ਇੱਕ ਦੀ ਹਰਦੂ ਲਾਹਨਤ ਲਿਖਿਆ ਹੋਇਆ। ਇਹਨਾਂ ਦੀਆਂ ਕਰਤੂਤਾਂ ਦੇਖਣ ਦੇ ਲਈ ਤੁਹਾਨੂੰ ਕੋਈ ਪੁਰਾਣਾ ਲਿਟਰੇਚਰ, ਕੋਈ ਗ੍ਰੀਕ ਜਾਂ ਕੋਈ ਸੰਸਕ੍ਰਿਤ ਜਾਂ ਲੈਟਿਨ ਲਿਟਰੇਚਰ ਪੜ੍ਹਨ ਦੀ ਲੋੜ ਨਹੀਂ ਹੈ। ਤੁਹਾਡੀਆਂ ਅੱਖਾਂ ਇਹਨਾਂ ਦੀਆਂ ਤੁਸੀਂ ਜਾਇਦਾਦਾਂ ਦੇਖੋ, ਇਹਨਾਂ ਦਾ ਰਹਿਣ ਸਹਿਣ ਦੇਖੋ, ਇਹਨਾਂ ਦਾ ਕਰਤੂਤ ਦੇਖੋ, ਇਹਨਾਂ ਦੀਆਂ ਔਲਾਦਾਂ ਦੇ ਜਿਹੜੇ ਨੇ ਉਹ ਚੌਂਚਲੇ ਦੇਖੋ ਤੇ ਤੁਹਾਨੂੰ ਅੰਦਾਜ਼ਾ ਹੋ ਜਾਣਾ ਚਾਹੀਦਾ ਹੈ ਕਿ ਭਾਈ ਇਹ ਕੀ ਨਸਲ ਹੈ। ਤੁਹਾਡੇ ਨਾਲ ਖਾਸ ਤੌਰ 'ਤੇ ਸਿੱਖ ਕੌਮ ਨਾਲ 75 ਸਾਲਾਂ ਤੋਂ ਕਿਵੇਂ ਧੋਖਾ, ਪੰਜਾਬ ਦਾ ਕੀ ਹਾਲ, ਕਿੱਥੋਂ ਕਰਕੇ ਅਸੀਂ ਅੱਜ ਆ ਕੇ ਕਿੱਥੇ ਖੜ੍ਹੇ। ਪਰ ਪਤਾ ਨਹੀਂ, ਅਸੀਂ ਹੀ ਸ਼ਾਇਦ ਬਹੁਤ ਵਾਰੀ ਮੈਨੂੰ ਇਹ ਪਲੇਟੋ ਦੀ ਗੱਲ ਕਈ ਵਾਰੀ ਚੁੱਭਦੀ ਵੀ ਹੈ ਤਾਂ ਕਈ ਵਾਰੀ ਠੀਕ ਵੀ ਲੱਗਦੀ ਹੈ ਕਿ ਪੀਪਲ ਗੈਟ ਦਾ ਲੀਡਰ ਵਟ ਦੇ ਡਿਜ਼ਰਵ। ਕਿ ਬਈ ਇਹਦੇ ਸ਼ਿਕਾਇਤ ਨਹੀਂ ਜੋ ਨਿਕਲਦੇ ਨੇ ਤਾਂ ਮਤਲਬ ਵੀ ਹਾਂ ਲੋਕਾਂ ਦਾ ਪੱਧਰ ਹੀ ਉਹ ਹੈ ਤਾਂ ਉੱਦਾਂ ਦੇ ਹੀ ਨਮੂਨੇ ਜਿਹੜੇ ਨੇ ਉਹਨਾਂ 'ਚੋਂ ਨਿਕਲਦੇ ਨੇ। ਹੁਣ ਅਸੀਂ ਦੇਖਦੇ ਹਾਂ ਕਿ ਜਦੋਂ ਰਾਹੁਲ ਗਾਂਧੀ ਆਇਆ ਪਿੱਛੇ ਔਰ ਉਹਨੇ 2 ਦਿਨ ਜਿਹੜਾ ਉਹ ਲੰਗਰ 'ਚ ਗਿਆ, ਉੱਥੇ ਉਹ ਪਾਣੀ ਪਿਆਉਂਦਾ ਰਿਹਾ, ਦੂਜਾ ਉਹਨੂੰ ਲੈ ਕੇ ਕਈਆਂ ਨੇ ਸਾਨੂੰ ਵੀ ਲਿਖਿਆ, ਅਸੀਂ ਇੱਕ ਦੀ ਲਿਖਤ ਵੀ ਸਾਂਝੀ ਕੀਤੀ। ਉਹਦੇ ਜਵਾਬ 'ਚ ਸਾਡੇ ਵੀਰ ਚੰਡੀਗੜ੍ਹ ਤੋਂ ਗੁਰਮੀਤ ਸਿੰਘ ਬੱਬਰ ਨੇ, ਉਹਨਾਂ ਨੇ ਲਿਖਿਆ ਇਹ ਫਿਰ ਸਿੱਖ ਧੋਖਾ। ਉਹ ਕਹਿਣ ਜੀ ਵੀ ਕਿਸੇ ਨੇ ਕਿਹਾ ਕਿ ਜੀ ਇਹ ਮਾਫੀ ਦਿਲੋਂ ਮੰਗ ਰਿਹਾ, ਉਹ ਪਛਤਾਵਾ ਕਰ ਰਿਹਾ, ਮੂੰਹ ਭਾਵੇਂ ਨਹੀਂ ਕਿਸੇ ਨੇ ਕਿਹਾ ਜੀ ਉਹਨੂੰ ਅਮਰੀਕਾ ਨੇ ਕਿਹਾ ਕਿ ਵੀ ਹੁਣ ਤੂੰ ਸਿੱਖਾਂ ਨਾਲ ਬਣਾ ਕੇ ਰੱਖ, ਕਿਉਂਕਿ ਅਮਰੀਕਾ ਜਿਹੜਾ ਉਹ 2024 ਦੀਆਂ ਇਲੈਕਸ਼ਨਾਂ 'ਚ ਉਹਨੂੰ ਪੁਸ਼ ਦੇਣਾ ਚਾਹੁੰਦਾ ਔਰ ਉਹਦੇ 'ਚੋਂ ਕੱਢਣਾ ਚਾਹੁੰਦਾ। ਔਰ ਸਾਡੇ ਵੀਰ ਬੱਬਰ ਜੀ ਨੇ ਚੰਡੀਗੜ੍ਹੋਂ ਲਿਖਿਆ ਕਿ ਵੀ ਰਾਹੁਲ ਗਾਂਧੀ ਆਪਣੇ ਨਾਲ ਸਿੱਖਾਂ ਨੂੰ ਜੋੜਨਾ ਚਾਹੁੰਦਾ ਤਾਂ ਜੋ ਸਿੱਖ ਆਪਣੇ ਬਾਰੇ ਨਾ ਸੋਚ ਸਕਣ। ਜੇ ਸੋਚਣ ਵੀ ਤਾਂ ਬੀਜੇਪੀ ਬਾਰੇ, ਕਾਂਗਰਸ ਬਾਰੇ, ਆਪ ਬਾਰੇ ਐਟਸੈਟਰਾ। ਤੁਸੀਂ ਅੱਜ ਕੱਲ੍ਹ ਅਕਸਰ ਦੇਖਿਆ ਹੋਏਗਾ ਕਿ ਕਦੇ ਮੋਦੀ ਪੱਗ ਬੰਨ੍ਹ ਕੇ ਸਿੱਖਾਂ ਨੂੰ ਸਪੀਚ ਦੇ ਰਿਹਾ ਹੁੰਦਾ, ਕਦੇ ਅਮਿਤ ਸ਼ਾਹ ਪੱਗ ਬੰਨ੍ਹ ਕੇ ਸਿੱਖਾਂ ਨੂੰ ਸੰਬੋਧਨ ਕਰ ਰਿਹਾ ਹੁੰਦਾ। ਓਵੈਸੀ ਨੂੰ ਕਹੋ ਕਿ ਵੰਡ ਪੰਜਾਬ ਦੀ ਹੋਈ, ਗੁਜਰਾਤ ਦੀ ਨਹੀਂ। 90% ਕੁਰਬਾਨੀਆਂ ਸਿੱਖਾਂ ਦੀਆਂ ਹੋਣ, ਨਕਲੀਏ 9% ਵੀ ਨਾ ਹੋਣ ਸਿੱਖਾਂ ਨੂੰ। ਉਹ ਦਿਨ ਪਹਿਲਾਂ ਸਿੱਖ ਫੌਜ 19 ਸਾਲ ਦਾ ਮਾਰਿਆ ਗਿਆ, ਜਿਹੜਾ ਅੰਮ੍ਰਿਤਪਾਲ ਸਿੰਘ ਜਿਹਨੂੰ ਕਹਿੰਦਾ ਜੀ ਇਹ ਜਿਹੜਾ ਇਹਨੇ ਸੁਸਾਈਡ ਕੀਤਾ, ਇਹ ਅਗਨੀਵੀਰ ਹੈ, ਇਹਨੂੰ ਜਿਹੜਾ ਕੋਈ ਫੌਜੀ ਸਨਮਾਨ ਨਹੀਂ, ਉਹ ਪਲਾਸਟਿਕ ਦੇ ਵਿੱਚ ਲਪੇਟ ਕੇ ਉਹਦੀ ਡੈਡ ਬੋਡੀ ਲਿਆਂਦੀ। ਸੈਂਟਰ ਵੱਲੋਂ ਕੋਈ ਸਨਮਾਨ ਨਹੀਂ। ਲੀਡਰ ਆਪਣੇ ਬੱਚੇ ਆਰਮੀ 'ਚ, ਜੇ ਦੇਸ਼ ਨਾਲ ਇਹਨਾਂ ਨਹੀਂ ਇੰਨਾ ਹੀ ਪਿਆਰ ਹੈ, ਗੁਜਰਾਤੀ ਗੁਜਰਾਤੀ ਭੇਜਣ ਆਪਣੇ ਬੱਚੇ ਆਰਮੀ 'ਚ, ਫਿਰ ਪਤਾ ਲੱਗੇਗਾ ਕਿ 70 ਕੀ ਹੁੰਦਾ ਹੈ। ਸਿੱਖਾਂ ਦਾ ਵਾਟਰ ਟੈਸਟ ਹੋ ਰਿਹਾ ਜੀ, ਹੋਰ ਕੁਝ ਵੀ ਨਹੀਂ। ਸੋ ਉਹਨਾਂ ਨੇ ਇਹ ਰਾਹੁਲ ਗਾਂਧੀ ਵਾਲੀ ਸਾਡੇ ਕਮੈਂਟ ਤੋਂ ਬਾਅਦ ਇਹ ਸਾਨੂੰ ਭੇਜਿਆ ਸੀ। ਔਰ ਹੁਣ ਜਿਹੜਾ ਤਮਾਸ਼ਾ ਨੌਟੰਕੀ 2 ਦਿਨ ਪਹਿਲੇ ਭਗਵੰਤ ਮਾਨ ਨੇ ਜੀ 35,000 ਹੋਰ ਸਟੂਡੈਂਟ, ਪ੍ਰਕਰਮਾਂ ਵੀ ਭਰੀਆਂ, ਬਾਹਰ ਵੀ ਬੈਠੇ ਨੇ, ਪਟਕੇ ਬੰਨੇ ਹੋਏ ਨੇ, ਉਹ ਵੀ ਉਹ ਜਿਵੇਂ ਉਹ ਫੈਂਸੀ ਡਰੈਸ ਪਾ ਕੇ ਆਉਂਦਾ, ਪੱਗ ਬੰਨੀ ਹੁੰਦੀ ਹੈ ਔਰ ਉਹ ਕਰ ਰਿਹਾ ਜੀ ਅਰਦਾਸ ਕਰਨ ਆਇਆ ਦਰਬਾਰ ਸਾਹਿਬ, ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ, ਅਸੀਂ ਸਪੋਰਟਸ ਇੰਨੀਆਂ ਕ੍ਰਿਕਟ ਟੀਮਾਂ ਜ਼ਿਲ੍ਹਿਆਂ 'ਚ ਆਪਣਾ ਫਲਾਣਾ ਢਿਮਕਾ। 1 ਸਾਲ ਤੋਂ ਇਹ ਬੰਦਾ ਚੀਫ ਮਿਨਿਸਟਰ ਹੈ
ਅਰਦਾਸ ਜਾਂ ਗੁਰੂ ਜਾਂ ਰੱਬ ਅੱਗੇ ਜਿਹੜਾ ਹੈ ਉਹ ਹਰ ਇੱਕ ਨੇ ਆਪਣੇ ਆਪਣੇ ਅੰਦਾਜ਼ ਦੇ ਵਿੱਚ ਉਹ ਇੱਕ ਵੱਖਰਾ। ਤੂੰ ਇੱਕ ਐਡਮਿਨਿਸਟ੍ਰੇਟਰ ਹੈ, ਤੇਰੇ ਨੱਕ ਦੇ ਥੱਲੇ ਪੰਜਾਬ ਦੇ, ਔਰ ਤੁਸੀਂ ਕਿਸੇ ਨੂੰ ਪੁੱਛੋ ਉਹ ਕਹਿਣਗੇ ਜੀ ਜਿੰਨੀ ਡਰੱਗ ਹੁਣ ਵਿਕਦੀ ਹੈ, ਜਿੰਨੇ ਧੜੱਲੇ ਨਾਲ ਵਿਕਦੀ ਹੈ, ਇੰਨੀ ਪਹਿਲਾਂ ਕਦੇ ਨਹੀਂ ਵਿਕੀ। ਔਰ ਇਹੀ ਜਿਹੜੇ ਐਲਾਨ ਕਰਨ ਵਾਲੇ ਸੀ ਕਿ ਮਹੀਨੇ 2 ਮਹੀਨੇ, ਤੇ ਐਡਮਿਨਿਸਟ੍ਰੇਸ਼ਨ ਹੈ, ਪੁਲਿਸ, ਬਿਊਰੋਕਰੇਸੀ। ਜੇ ਉਹਨਾਂ ਸ਼ਖਸੀਅਤਾਂ ਨੇ, ਪਰਮਿੰਦਰ ਸਿੰਘ ਝੋਟੇ ਨੇ ਆਵਾਜ਼ ਚੁੱਕੀ, ਜੇ ਸੁਖਪਾਲ ਸਿੰਘ ਖਹਿਰਾ ਆਵਾਜ਼ ਚੁੱਕਣ ਵਾਲਾ ਹੈ, ਤੇ ਉਹਨਾਂ ਨੂੰ ਚੁੱਕ ਕੇ ਕਿਵੇਂ ਅੰਦਰ ਸੁੱਟਿਆ ਗਿਆ ਜੇਲ੍ਹਾਂ ਦੇ ਵਿੱਚ। ਔਰ ਜਿਹੜੇ ਪਿੰਡਾਂ 'ਚ ਵੀ ਮਾੜੀਆਂ ਮੋਟੀਆਂ ਕਮੇਟੀਆਂ ਬਣਾ ਕੇ ਕੋਈ ਰੋਕਣ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਨੂੰ ਹੀ ਪੁਲਿਸ ਪੈਂਦੀ ਹੈ, ਉਹਨਾਂ ਦੇ ਉੱਤੇ ਹੀ ਜਿਹੜੇ ਨੇ ਝੂਠੇ ਕੇਸ ਪਾਏ ਜਾਂਦੇ ਨੇ। ਸੋ ਜਿੱਥੇ ਸਰਕਾਰ ਬਜਾਏ ਕਿ ਇਹ ਗੱਲ ਪੰਜਾਬ ਦੇ ਲੋਕਾਂ ਨੂੰ, ਜੇ ਸੱਚਮੁੱਚ ਜਿਹੜਾ ਬੰਦਾ ਖੁਦ ਨਸ਼ੇ 'ਚ ਧੁੱਤ ਹੈ, ਜਿਹੜਾ ਬੰਦਾ ਆਪਣੀ ਮਾਂ ਦੀ ਸਹੁੰ ਖਾ ਕੇ ਕਹਿੰਦਾ ਰਿਹਾ ਜੀ ਮੈਂ ਸਹੁੰ ਖਾ ਲਈ ਵੀ ਨਹੀਂ, ਹੁਣ ਉਸ ਹਾਲਤ ਦਾ ਬੰਦਾ ਖੁਦ ਜਿਹੜਾ ਕਿ ਬਿਲਕੁਲ ਪੋਲੀਟੀਕਲ ਬਦਲਾਖੋਰੀ ਵੀ ਕਰ ਰਿਹਾ, ਅਮਿਤ ਸ਼ਾਹ ਦੇ ਪੈਰਾਂ 'ਚ ਜਾ ਕੇ ਡਿੱਗਿਆ ਹੋਇਆ ਕਿ ਭਾਈ ਮੇਰੇ ਨੂੰ ਚੀਫ ਮਿਨਿਸਟਰੀ ਮੇਰੀ ਕਾਇਮ ਰਹੇ, ਔਰ ਆਪਣੇ ਮੁੰਡੇ ਮਰਵਾਉਣ ਦੇ ਲਈ ਉਹ NSA ਜਿਹੜੀ ਹੈ ਟੀਮ ਆ ਕੇ ਪੰਜਾਬ 'ਚੋਂ ਚੁੱਕ ਰਹੀ ਹੈ ਨੌਜਵਾਨਾਂ ਨੂੰ। ਹੁਣ ਉਹ ਇਹ ਸਾਲ ਬੀਤਣ ਬਾਅਦ ਆ ਕੇ ਨੌਟੰਕੀ ਕਰ ਰਿਹਾ ਜੀ ਦੇਖੋ ਮੈਂ ਤਾਂ ਅਰਦਾਸ ਵੀ ਕੀਤੀ ਸੀ ਦਰਬਾਰ ਸਾਹਿਬ 'ਚ, ਜੇ ਨਹੀਂ ਹੋਇਆ ਤਾਂ ਹੁਣ ਮੈਂ ਤਾਂ ਨਹੀਂ ਨਾ, ਇਹ ਤਾਂ ਅਰਦਾਸ ਦਾ ਕਸੂਰ ਹੈ ਕਿ ਉਹ ਕਬੂਲ ਨਹੀਂ ਹੋਈ। ਸੋ ਇਹ ਜਿਹੜੀਆਂ ਇਸ ਕਿਸਮ ਦੀਆਂ ਨੌਟੰਕੀਆਂ ਨੇ, ਮੈਨੂੰ ਇਹ ਲੱਗਦਾ ਹੈ ਕਿ ਵੀ ਸਾਡੇ ਵੀ, ਜੇ ਮੈਂ 2 ਦਿਨ ਕੋਈ ਗੱਲ ਨਾ ਕਰਾਂ ਪੰਜਾਬ ਦੇ ਟੌਪਿਕ ਦੀ ਤਾਂ ਆਪਣੇ ਹੀ ਕਹਿਣ ਲੱਗ ਜਾਂਦੇ ਨੇ ਜੀ ਕੋਈ ਇਹਨਾਂ ਬਾਰੇ ਵੀ। ਹੁਣ ਆਹੀ ਗੱਲਾਂ ਰਹਿ ਗਈਆਂ ਕਰਨ ਨੂੰ ਕਿ ਜੀ ਭਗਵੰਤ ਮਾਨ ਨੇ 35,000 ਨਾਲ ਅਰਦਾਸ ਕੀਤੀ ਕ੍ਰਿਕਟ ਸਟੇਡੀਅਮ 'ਚ, ਹੁਣ ਦੂਜੇ ਖੇਡਣਗੇ ਜਾ ਕੇ, ਪੰਜਾਬ ਨੂੰ ਅਸੀਂ ਰੰਗਲਾ ਪੰਜਾਬ ਬਣਾ ਦੇਣਾ, ਅਸੀਂ ਪੰਜਾਬ ਨੂੰ ਕੰਗਲਾ ਪੰਜਾਬ ਬਣਾ ਦੇਣਾ। ਕੰਗਲਾ ਤੁਸੀਂ ਪਹਿਲਾਂ ਬਣਾਇਆ ਹੋਇਆ, ਨਸ਼ੇਈ ਤੁਸੀਂ ਪਹਿਲਾਂ ਕੀਤਾ ਹੋਇਆ। ਜੋ ਕੁਝ ਮਾੜਾ ਮੋਟਾ ਸੀ ਆ ਹਰਦੀਪ ਸਿੰਘ ਨਿੱਜਰ ਦੇ ਮਰਡਰ ਤੋਂ ਬਾਅਦ ਕੈਨੇਡਾ ਨੇ ਸਟੈਂਡ ਲਿਆ, ਇਹਨਾਂ ਦੇ ਮੂੰਹ ਇੱਕ ਹੁਣ ਜਿੰਨਾ ਜੋ ਇੰਡੀਆ ਨੇ ਕੀਤਾ, ਉਹਨਾਂ ਦੇ ਡਿਪਲੋਮੈਟਿਕ ਤਾੜੀ ਬਾਹਰ ਕੱਢੇ, 42 ਸਭ ਤੋਂ ਜ਼ਿਆਦਾ ਇਫੈਕਟਡ ਪੰਜਾਬ ਹੈ। ਹਰ ਦੂਸਰਾ ਇੰਟਰਨੈਸ਼ਨਲ ਸਟੂਡੈਂਟ ਇੰਡੀਆ ਤੋਂ ਆਉਣ ਵਾਲਾ ਜਿਹੜਾ ਸੀ ਉਹ ਪੰਜਾਬ ਦਾ ਸੀ। ਜਿਹੜੇ ਆਲਰੇਡੀ ਲਾਈਨ 'ਚ ਲੱਗੇ ਨੇ ਉਹਨਾਂ ਨੂੰ 2-2 ਸਾਲ ਹੁਣ ਉਹਨਾਂ ਦੀ ਵਾਰੀ ਨਹੀਂ ਹੋਣੀ ਹੈ। ਲੇਕਿਨ ਤੁਹਾਨੂੰ ਇਹਦੇ 'ਤੇ ਕੋਈ ਸਟੇਟਮੈਂਟ ਨਹੀਂ ਨਜ਼ਰ ਆਏਗੀ ਕਿ ਕਿਸੇ ਨੇ ਇੰਡੀਅਨ ਗਵਰਨਮੈਂਟ ਨੂੰ ਕਿਹਾ ਹੋਏ ਕਿ ਭਾਈ ਇਹ ਤੁਸੀਂ ਕੀ ਕਰ ਰਹੇ ਹੋ, ਜਾਂ ਉਹਦੇ 'ਤੇ ਬਿਲਕੁਲ ਮਸ਼ਟ ਵੱਟੀ ਹੋਈ ਹੈ ਔਰ ਇੱਥੇ ਆ ਕੇ ਇਸ ਕਿਸਮ ਦੀ ਨੌਟੰਕੀ ਕਰ ਰਹੇ। ਬਿਲਕੁਲ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਆਪਣੇ ਔਨ ਵਿਊਅਰਸ ਦੇ ਜਿਹੜੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਸਭ ਦਾ ਸਾਂਝਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਹਰਦੀਪ ਸਿੰਘ, ਇੰਦਰਜੀਤ ਸਿੰਘ ਸੰਧੂ ਐਂਡ ਬਸਰਾ 4759, ਸੋਇਨ ਮਾਇਲ ਐਂਡ ਅਮਰਜੀਤ ਸੈਨੀ ਐਂਡ ਖਾਲਸਾ ਦੇਸ਼ ਪੰਜਾਬ, ਖਾਲਸਾ ਰਾਜ, ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ, ਸਭ ਜਿਹੜੇ ਨੇ ਉਹ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਵੀ ਕਹਿੰਦੇ ਨੇ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜ਼ੁਬੇਰ ਜਾਕੂਬ ਜੀ, ਉਹਨਾਂ ਦਾ ਅੱਜ ਇੱਕੋ ਮੈਸੇਜ ਮੇਰੇ ਖਿਆਲ ਸੋ ਗਏ ਉਹਨੇ ਜਾ ਕੇ, ਸੌ ਕੇ ਉੱਠੇ ਨੇ ਤਾਜ ਪਰ ਉਹਨਾਂ ਨੇ ਆਪਣੀ ਹਾਜ਼ਰੀ ਲਵਾ ਲਈ। ਯੈਸ ਹਾਂਜੀ। ਸੋ ਇਸੇ ਤਰ੍ਹਾਂ ਹਾਂਜੀ ਰੁਪਰੇਸ਼ ਥਿਓਨੀਆ ਉਹ ਵੀ ਫਤਿਹ ਬੁਲਾਉਂਦੇ ਜੀ, ਜਤਿੰਦਰ ਸਿੰਘ ਜੀ ਫਤਿਹ ਐਂਡ ਸਿੱਖ 40 ਫੇਟ ਵੀ ਫਤਿਹ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਖਾਲਸਾ ਰਾਜ ਜੀ ਮੇਰ ਕਰਨ ਸਾਰਿਆਂ ਤੇ। ਐਂਡ ਕਸ਼ਮੀਰ ਵਰਕ SF ਹੀਰ ਇਹ ਕਹਿੰਦੇ ਨੇ ਸਲਾਮ ਡਾਕਟਰ ਸਾਹਿਬ ਔਰ ਮੈਡਮ ਸਾਹਿਬਾ, ਔਰ ਉਹਨਾਂ ਨੇ ਕਸ਼ਮੀਰ ਵਰਕ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜਸਵੀਰ ਬਰਾੜ ਜੀ ਵੀ ਫਤਿਹ ਬੁਲਾਉਂਦੇ ਨੇ। ਫਿਰ ਉਹਨਾਂ ਦਾ ਮੈਸੇਜ ਖਾਲਿਸਤਾਨ ਸਿੱਖਸ ਫॉर ਜਸਟਿਸ, ਗੁਰਪਤਵੰਤ ਸਿੰਘ ਪੰਨੂ ਐਂਡ ਬਿਕਰਮਜੀਤ ਸਿੰਘ ਭਾਈ, ਜਗਜੀਤ ਸਿੰਘ ਭਾਈ ਜ਼ਿੰਦਾਬਾਦ, ਖਾਲਸਾ ਜ਼ਿੰਦਾਬਾਦ ਕਿਹਾ ਉਹਨਾਂ ਨੇ। ਐਂਡ ਕੁਲਦੀਪ ਕੌਰ ਜੀ ਵੀ ਫਤਿਹ ਬੁਲਾਉਂਦੇ ਨੇ। ਪਾਲ ਸਿੰਘ ਗਰੇਵਾਲ ਜੀ ਵੀ ਫਤਿਹ ਐਂਡ ਬਾਜਵਾ ਜੋਤ ਵੀ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਚੜ੍ਹਦੀ ਕਲਾ ਕਹਿੰਦੇ ਨੇ। ਔਰ ਇਸੇ ਤਰ੍ਹਾਂ ਨਜ਼ੀਰ ਖਾਨ ਜੀ ਵੈਰੀ ਰੀਅਲਿਸਟਿਕ ਐਨਾਲਿਸਿਸ ਕਿਡਸ ਔਰ ਕਾइंड्स ਲਿਖਿਆ ਆਰ ਡਾਈਂਗ ਨਹੀਂ kids are dying with thirst in this so called civilized world। ਬਿਲਕੁਲ ਹਾਂਜੀ ਬਹੁਤ ਸ਼ੁਕਰੀਆ ਨਜ਼ੀਰ ਹਾਂਜੀ। ਸਤਨਾਮ ਸਿੰਘ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ ਐਂਡ ਫਿਰ ਉਹਨਾਂ ਲਿਖਿਆ ਸਿੱਖ ਕੌਮ ਦੁਨੀਆ ਦੇ ਦਿਲਾਂ ਤੇ ਰਾਜ ਕਰਦੀ ਹੈ ਅਤੇ ਹੁਣ ਇੱਕ ਵੱਡੇ ਖਿੱਤੇ ਤੇ ਵੀ ਰਾਜ ਕਰਨਗੇ। ਸੋ ਸੁਬੇਗ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਸਤਿ ਸ਼੍ਰੀ ਅਕਾਲ। ਫਿਲ ਜੀ ਕਹਿੰਦੇ ਨੇ ਵੈਰੀ ਸਟ੍ਰੇਂਜ ਬਿਫੋਰ 1948 UK or USA never suggested that Jewish or Israel had any right to exist. ਹਾਂਜੀ British had occupied present day Palestine or Israel। ਮੇਰਾ ਖਿਆਲ ਹੈ ਮੈਂ ਘੜੀ ਵੱਲ ਦੇਖ ਰਿਹਾ ਤੇ ਦਲਜੀਤ ਸਿੰਘ, ਹਰਜਿੰਦਰ ਮਾਇਲ, ਫਿਰ
ਰਾਜਵਿੰਦਰ ਸਿੰਘ, ਰਣਜੋਤ ਸਿੰਘ, ਦਵਿੰਦਰ ਸੰਧੂ, ਹਰਿੰਦਰ ਮੱਲੀ और हरजिंदर मल्ली जी, उन्होंने फतेह और खालिस्तान जिंदाबाद किया। को कारा सिंह फतेह बुला के उन्होंने कहा भाजी डॉक्टर साहब तो भैन जी, डॉक्टर साहब जी आप जी का प्रोग्राम सुन के होर किसी को सुनने को दिल नहीं करता, तुसी तो मरे हुए बंदे जान पा देंदे हो, रब मेरी उम्र भी आप नूं दे देवे, वाहिगुरू चढ़दी कला बख्शिश करन आप ते आप दी सारी टीम ते। कोकरा सिंह जी ਤੁਹਾਡੀਆਂ ਸ਼ੁਭ ਇੱਛਾਵਾਂ ਲਈ ਬਹੁਤ ਧੰਨਵਾਦ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਦੇ। ਤੁਸੀਂ ਆਪਣੀ ਉਮਰ ਵੀ ਪੂਰੀ ਭੋਗੋ ਆਪਣੇ ਪਰਿਵਾਰ, ਆਪਣੇ ਬੱਚਿਆਂ, ਆਪਣੀ ਫੈਮਿਲੀ ਦੇ ਨਾਲ ਜੀ। ਔਰ ਅਸੀਂ ਸਾਰੇ ਰਲ ਮਿਲ ਕੇ ਕੌਮੀ ਕਰ ਖਾਲਿਸਤਾਨ ਦੇ ਲਈ ਜਿੱਥੇ ਜਿੱਥੇ ਵੀ ਜੋ ਵੀ ਵਿੱਤ ਅਨੁਸਾਰ ਹੈ ਅਸੀਂ ਆਪਣਾ ਯੋਗਦਾਨ ਪਾਈਏ। ਹਰ ਸਿੱਖ ਨੂੰ ਜਿਹੜਾ ਗੁਰੂ ਦੀ ਵਡਿਆਈ ਹੀ ਚੰਗੀ ਲੱਗਦੀ ਹੈ। ਮੈਂ ਅਕਸਰ ਇਹ ਕਹਿੰਦਾ ਕਿ ਗੁਰ ਸਿੱਖਾਂ ਕੇ ਮਨ ਭਾਵਦੀ ਗੁਰ ਸਤਿਗੁਰ ਕੀ ਵਡਿਆਈ, ਇਹ ਵਡਿਆਈ ਸਤਿਗੁਰੂ ਦੀ ਹੈ। ਪਰ ਫਿਰ ਵੀ ਤੁਹਾਡਾ ਬਹੁਤ ਸ਼ੁਕਰੀਆ। ਔਰ ਕਿਰਪਾਲ ਚੀਮਾ ਉਹ ਕਹਿੰਦੇ ਨੇ ਸਾਡੇ ਵੱਲੋਂ ਸ਼ਾਹ ਨੂੰ ਕਹਿ ਦੇਣਾ ਜਾ ਕੇ ਮਿਲਾਂਗੇ ਉਸ ਨੂੰ ਰਣ ਵਿੱਚ ਹੱਥ ਤੇਗ ਉਠਾ ਕੇ, ਸ਼ਰਤਾਂ ਲਿਖਾਂਗੇ ਰੱਤ ਨਾਲ ਖੈਬਰ ਕੋਲ ਜਾ ਕੇ, ਸ਼ਾਹ ਨਜ਼ਰਾਨੇ ਸਾਥੋਂ ਭਾਲਦਾ ਇਉਂ ਈਨ ਮਨਾ ਕੇ, ਪਰ ਸ਼ੇਰ ਨਾ ਜਿਉਂਦੇ ਸ਼ੀਤਲਾ ਨੱਕ ਨੱਥ ਪਵਾ ਕੇ। ਸੋਹਣ ਸਿੰਘ ਸੀਤਲ ਜਿਹੜੇ ਢਾਡੀਆਂ ਦੇ ਪਿਤਾਮਾ ਨੇ, ਉਹਨਾਂ ਦੀ ਬੜੀ ਖੂਬਸੂਰਤ ਲੰਬੀ ਨਜ਼ਮ ਹੈ ਕਿ ਜਦੋਂ ਅਬਦਾਲੀ ਨੇ ਆਫਰ ਕੀਤਾ ਸਿੱਖਾਂ ਨੂੰ ਕਿ ਜੀ ਆਓ ਗੱਲਬਾਤ ਕਰੋ ਔਰ ਜਿਹੜਾ ਅਸੀਂ ਜੋ ਤੁਸੀਂ ਕਹੋ ਮੰਨਣ ਨੂੰ ਤਿਆਰ ਹੈ, ਤੇ ਉਹਦੇ ਜਵਾਬ 'ਚ ਜਿਹੜਾ ਫਿਰ ਸਿੱਖਾਂ ਨੇ ਜਵਾਬ ਦਿੱਤਾ ਸੀ ਉਹ ਇਹ ਸੀ ਕਿ ਸਾਡੇ ਵੱਲੋਂ ਸ਼ਾਹ ਨੂੰ ਕਹਿ ਦੇਣਾ ਜਾ ਕੇ ਮਿਲਾਂਗੇ ਉਸ ਨੂੰ ਰਣ ਵਿੱਚ ਹੱਥ ਤੇਗ ਉਠਾ ਕੇ, ਸ਼ਰਤਾਂ ਲਿਖਾਂਗੇ ਰੱਤ ਨਾਲ ਖੈਬਰ ਕੋਲ ਜਾ ਕੇ। ਕਿ ਹੁਣ ਅਸੀਂ ਜਿੱਥੋਂ ਤੂੰ ਆ ਕੇ ਸਾਡਾ ਦਰਬਾਰ ਸਾਹਿਬ ਢਾਇਆ ਸੀ ਉਸ ਖੈਬਰ ਤੱਕ ਜਾਣਾ, ਸ਼ਰਤਾਂ ਲਿਖਾਂਗੇ ਰੱਤ ਨਾਲ ਖੂਨ ਨਾਲ ਖੈਬਰ ਕੋਲ ਜਾ ਕੇ, ਸ਼ਾਹ ਨਜ਼ਰਾਨੇ ਸਾਥੋਂ ਭਾਲਦਾ ਇਉਂ ਈਨ ਮਨਾ ਕੇ, ਪਰ ਸ਼ੇਰ ਨਾ ਜਿੰਦੇ ਸ਼ੀਤਲਾ ਨੱਕ ਨੱਥ ਪਵਾ ਕੇ। ਸ਼ੇਰ ਆਪਣੇ ਨੱਕ 'ਚ ਕਦੇ ਨੱਥ ਨਹੀਂ ਪਵਾਉਂਦਾ। ਹਰਵਿੰਦਰ ਸਿੰਘ ਹੋਰਾਂ ਨੇ ਸਾਰਿਆਂ ਨੂੰ ਫਤਿਹ ਬੁਲਾਈ ਹੈ। ਕਮਲ ਸਿੰਘ ਕਹਿੰਦੇ ਨੇ ਕੁੰਵਰ ਵਿਜੇ ਪ੍ਰਤਾਪ ਸੱਚਾ ਜਾਂ ਝੂਠਾ ਇਹ ਤਾਂ ਗੁਰੂ ਸਾਹਿਬ ਜਾਣਨ, ਪਰ ਇੱਕ ਇੰਨੇ ਵੱਡੇ ਪੁਲਿਸ ਅਫਸਰ ਤੇ ਮੌਜੂਦਾ MLA ਨੇ ਆਪਣੀ ਹੀ ਪਾਰਟੀ ਤੇ ਮੁੱਖ ਮੰਤਰੀ ਤੇ ਜੋ ਇਲਜ਼ਾਮ ਲਾਏ, ਕਿਸੇ ਅਸਲੀ ਆਜ਼ਾਦ ਮੁਲਕ ਵਿੱਚ ਹੋਇਆ ਹੁੰਦਾ ਤਾਂ ਹੁਣ ਤੱਕ ਸਰਕਾਰ ਡਿੱਗ ਜਾਣੀ ਸੀ। ਉਸਨੇ ਪਿਛਲੇ ਸਾਲ ਵੀ ਜਦੋਂ ਸਟੇਜ ਤੇ ਸਪੀਕਰ ਕਹਿ ਰਿਹਾ ਸੀ ਕਿ ਇਨਸਾਫ ਮਿਲੇਗਾ, ਤਾਂ ਉਸੇ ਸਟੇਜ ਤੇ ਹੀ ਉਸਦੇ ਸਾਹਮਣੇ ਹੀ ਕੁੰਵਰ ਵਿਜੇ ਪ੍ਰਤਾਪ ਕਹਿ ਰਿਹਾ ਸੀ ਕਿ ਇਨਸਾਫ ਨਹੀਂ ਮਿਲਣਾ। ਇਹੋ ਹੀ ਤਾਂ ਸੰਤ ਕਹਿੰਦੇ ਹੁੰਦੇ ਸੀ ਕਿ ਜੱਜ ਤਾਂ ਹੱਥ ਜੋੜ ਰਿਹਾ ਕਿ ਮੇਰੇ ਵੱਸ ਦੀ ਗੱਲ ਨਹੀਂ, ਫਿਰ ਦਲੀਲ ਅਪੀਲ ਵਕੀਲ ਕੀ ਕਰਨਗੇ ਤੇ ਤੁਹਾਡੇ ਕੋਲ ਰਾਹ ਕੀ ਰਹਿ ਜਾਂਦਾ ਹੈ। ਪਰ ਸਾਡਾ ਬਹੁਤ ਸਾਰਾ ਤਬਕਾ ਅਜੇ ਵੀ ਨਹੀਂ ਸਮਝ ਰਿਹਾ, ਫਿਰ ਸਿੰਘ ਬੰਦੇ ਖਾਣੀ ਨੂੰ ਹੱਥ ਨਾ ਪਾਉਣ ਤਾਂ ਹੋਰ ਕੀ ਕਰਨ। ਕੁੰਵਰ ਵਿਜੇ ਪ੍ਰਤਾਪ ਸਿੰਘ ਘੱਟੋ ਘੱਟ ਚਲੋ ਬਾਕੀ ਤਾਂ ਉਹਦੀ ਕੀ ਹੈ ਕੀ ਨਹੀਂ, ਲੇਕਿਨ ਇਸ ਮੁੱਦੇ ਦੇ ਉੱਤੇ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਔਰ ਬਾਈਬਲ ਕਲਾਂ ਔਰ ਦੂਸਰੇ ਦੇ ਉੱਤੇ ਜੋ ਗੋਲੀ ਕਾਂਡ ਕੋਟ ਕਪੂਰਾ ਔਰ ਬਰਗਾੜੀ ਬੇਅਦਬੀ, ਉਸਨੇ ਕੰਸਿਸਟੈਂਟ ਹੈ ਉਸਦਾ ਸਟੈਂਡ। ਔਰ ਮੈਂ ਐਂਡ 'ਚ ਜਾਣ ਤੋਂ ਪਹਿਲਾਂ ਰਾਜਵਿੰਦਰ ਸਿੰਘ, ਦੀਪ ਸਿੰਘ ਹੋਰਾਂ ਦੇ 2-3 ਮੈਸੇਜ ਨੇ। ਦੀਪ ਸਿੰਘ ਨੇ ਇੱਕ ਤਾਂ ਕਿਹਾ ਕਿ ਵੀ ਜੇ ਸਿਮਰਨਜੀਤ ਸਿੰਘ ਮਾਨ ਦੇ ਅੰਦਾਜ਼ ਵਿੱਚ ਕਹਿਣਾ ਹੋਏ ਤਾਂ ਇੰਜ ਕਿਹਾ ਜਾਂਦਾ ਹੈ, ਅਬ ਤੇਰਾ ਕਿਆ ਹੋਗਾ ਸਾਲੋ ਸਾਲੇ ਹੈ ਮੇਰੇ ਖਿਆਲ ਹੈ। ਤੇ ਰਾਜਵਿੰਦਰ ਸਿੰਘ ਕਹਿੰਦੇ ਨੇ ਡਾਕਟਰ ਸਾਹਿਬ ਵਟ ਟੈਰਰਿਸਟ ਇੰਡੀਅਨ ਸਟੇਟ ਇਜ਼ ਪ੍ਰੀਚਿੰਗ 2 state solution for Palestine Israel, why don't they start at home by ending the occupation of Punjab? ਰਾਜਵਿੰਦਰ ਸਿੰਘ ਜੀ ਤੁਸੀਂ ਵੀ ਸਮਝਦੇ ਹੋ, ਅਸੀਂ ਵੀ ਸਮਝਦੇ ਹਾਂ, ਇਹ ਲਿਪ ਸਿੰਪਥੀ ਹੈ, ਇਹ ਸਿਰਫ ਥੁੱਕੀ ਵੜੇ ਪਕਾਉਣਾ ਹੈ, ਇਸ ਦਾ ਕੋਈ ਮਤਲਬ ਨਹੀਂ। ਇਹ ਬੇਈਮਾਨਾਂ ਦਾ ਟੋਲਾ ਹੈ, ਨਾਜ਼ੀਆਂ ਦੇ ਪਦਚਿਲਾਂ ਤੇ ਇਹ ਨੇ, ਤੇ ਨੈਤਨਯਾਹੂ ਨੇ ਵੀ ਉਹੀ ਰਸਤਾ ਅਖਤਿਆਰ ਕੀਤਾ ਹੋਇਆ ਹੈ। ਔਰ ਇਹ ਫਿਰ ਬਰਡਸ ਆਫ ਏ ਫੈਦਰ ਫਲੌਕ together ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tvreports.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।